Hello students, I'm Sukhvinder Kaur from Department of Economics, GGDST College हरियाणा ਹੁਸ਼ਿਆਰਪੁਰ। ਅੱਜ ਅਸੀਂ ਸਬਜੈਕਟ ਮੈਟਰ ਆਫ ਮਾਈਕਰੋ ਇਕਨੋਮਿਕਸ, ਇੰਪੋਰਟੈਂਸ ਆਫ ਮਾਈਕਰੋ ਇਕਨੋਮਿਕਸ ਐਂਡ ਲਿਮਿਟੇਸ਼ਨਸ ਆਫ ਮਾਈਕਰੋ ਇਕਨੋਮਿਕਸ ਇਹ ਟੌਪਿਕ ਜਿਹੜੇ ਆ ਉਹ ਕਰਨ ਜਾ ਰਹੇ ਹਾਂ। ਮਾਈਕਰੋ ਇਕਨੋਮਿਕਸ, ਜਿਸ ਤਰ੍ਹਾਂ ਅਸੀਂ ਲਾਸਟ ਲੈਕਚਰ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਇਕਨੋਮਿਕਸ ਨੂੰ ਮਾਈਕਰੋ ਇਕਨੋਮਿਕਸ ਅਤੇ ਮੈਕਰੋ ਇਕਨੋਮਿਕਸ ਦੇ ਵਿੱਚ ਫਿਰ ਅੱਗੇ ਜਾ ਕੇ ਆਪਾਂ ਸਟੱਡੀ ਕਰਦੇ ਹਾਂ। ਮਾਈਕਰੋ ਇਕਨੋਮਿਕਸ ਗ੍ਰੀਕ ਵਰਡ ਮਿਕਰੋਜ਼ ਵੀ ਕਹਿ ਸਕਦੇ ਹਾਂ, MIKROS ਤੋਂ ਲਿਆ ਗਿਆ, ਵਿਚ ਮੀਨਸ ਸਮੋਲ। ਔਰ ਮਾਈਕਰੋ ਇਕਨੋਮਿਕਸ ਸਟੱਡੀਜ਼ ਇਕਨੋਮਿਕ ਐਕਟੀਵਿਟੀਜ਼ ਐਟ ਸਮੋਲ ਲੈਵਲ। ਮਾਈਕਰੋ ਇਕਨੋਮਿਕਸ ਡੀਲਸ ਵਿਦ ਸਮੋਲ ਪਾਰਟਸ ਆਫ ਦੀ ਇਕੋਨਮੀ ਨੂੰ ਹਿੱਸਿਆਂ ਦੇ ਵਿੱਚ, ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਪਾਰਟਸ ਦੇ ਵਿੱਚ ਸਟੱਡੀ, ਇੰਡੀਵਿਜੂਅਲ ਦੀ ਸਟੱਡੀ ਜਦੋਂ ਅਸੀਂ ਕਰਦੇ ਹਾਂ ਤਾਂ ਉਸ ਕੰਸੈਪਟ ਨੂੰ ਆਪਾਂ ਮਾਈਕਰੋ ਇਕਨੋਮਿਕਸ ਕਹਿੰਦੇ ਹਾਂ। ਅਤੇ ਮਾਈਕਰੋ ਇਕਨੋਮਿਕਸ ਦਾ ਸਬਜੈਕਟ ਮੈਟਰ ਕੀ ਆ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਪਾਂ ਕਿਹੜੇ ਟੌਪਿਕਸ ਆ ਜਿਨ੍ਹਾਂ ਦੀ ਸਟੱਡੀ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਮਾਈਕਰੋ ਇਕਨੋਮਿਕਸ ਇੰਡੀਵਿਜੂਅਲ ਦੀ ਸਟੱਡੀ ਹੈ, ਪਾਰਟਸ ਦੀ ਸਟੱਡੀ ਹੈਗੀ ਹੈ। ਅਤੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ, ਇਸ ਦੇ ਸਬਜੈਕਟ ਮੈਟਰ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਥਿਊਰੀ ਆਫ ਡਿਮਾਂਡ ਥਿਊਰੀ ਜਿਹੜੀ ਆ ਉਹ ਡਿਸਕਸ ਕੀਤੀ ਜਾਂਦੀ ਆ। ਮਾਈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕੀਤੀ ਜਾਂਦੀ ਆ ਕਿ ਕਮੋਡਿਟੀ ਹੈ ਜਿਹੜੀ ਉਹ ਕਿਸ ਤਰ੍ਹਾਂ ਡਿਮਾਂਡ ਕੀਤੀ ਜਾਂਦੀ ਹੈ। ਥਿਊਰੀ ਆਫ ਡਿਮਾਂਡ ਇੰਡੀਕੇਟਸ ਟੂ ਦਾ ਕੰਜ਼ਿਊਮਰਸ ਡਿਮਾਂਡ ਐਂਡ ਹਿਜ਼ ਮੈਕਸੀਮਮ ਸੈਟਿਸਫੈਕਸ਼ਨ, ਕਿ ਕੰਜ਼ਿਊਮਰ ਹੈ ਜਿਹੜਾ ਉਹ ਕਿਸ ਤਰ੍ਹਾਂ ਕਿਸੇ ਪ੍ਰੋਡਕਟ ਦੀ ਡਿਮਾਂਡ ਕਰਦਾ ਹੈ। ਅਤੇ ਕਿਸੇ ਪ੍ਰੋਡਕਟ ਦੀ ਡਿਮਾਂਡ ਜਦੋਂ ਅਸੀਂ ਕਰਦੇ ਹਾਂ ਤਾਂ ਸਾਡਾ ਜਿਹੜਾ ਮੇਨ ਮੋਟਿਵ ਆ, ਜਾਂ ਕਿਉਂ ਕਰਦੇ ਹਾਂ ਕਿ ਆਪਾਂ ਉਸ ਪ੍ਰੋਡਕਟ ਦੇ ਯੂਜ਼ ਤੋਂ ਸੈਟਿਸਫੈਕਸ਼ਨ ਚਾਹੁੰਦੇ ਹਾਂ। ਤੋ ਇਟ ਸ਼ੋਜ਼ ਹਾਊ ਕੰਜ਼ਿਊਮਰ ਡਿਸਟਰੀਬਿਊਟਸ ਹਿਜ਼ ਲਿਮਟਿਡ ਇਨਕਮ। ਬਿਕੋਜ਼ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਕਨੋਮਿਕਸ ਦੇ ਵਿੱਚ ਇਹ ਹੈ ਕੀ ਹੈ, ਰੋਬਿਨਸ ਨੇ ਕਿਹਾ ਕਿ ਸਕੇਅਰ ਰਿਸੋਰਸਿਸ ਦੀ ਸਟੱਡੀ ਹੈ। ਅਤੇ ਜਿਹੜੀ ਸਾਡੀ ਲਿਮਟਿਡ ਇਨਕਮ ਆ ਉਹਨੂੰ ਆਪਾਂ ਡਿਫਰੈਂਟ ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ ਡਿਫਰੈਂਟ ਪ੍ਰਾਈਸਿਸ ਦੇ ਉੱਪਰ ਕਿਸ ਤਰ੍ਹਾਂ ਖਰਚ ਕਰੀਏ ਕਿ ਸਾਡੀ ਜਿਹੜੀ ਸੈਟਿਸਫੈਕਸ਼ਨ ਉਹ ਤੋਂ ਸਾਨੂੰ ਮਿਲਣੀ ਹੈ ਉਹ ਮੈਕਸੀਮਮ ਹੋਵੇ। ਇਟ ਸ਼ੋਜ਼ ਹਾਊ ਕੰਜ਼ਿਊਮਰ ਡਿਸਟਰੀਬਿਊਟਸ ਹਿਜ਼ ਲਿਮਟਿਡ ਇਨਕਮ ਔਨ ਡਿਫਰੈਂਟ ਗੁੱਡਸ ਐਂਡ ਸਰਵਿਸਿਜ਼ ਐਟ ਡਿਫਰੈਂਟ ਪ੍ਰਾਈਸਿਸ। ਨੈਕਸਟ ਟੌਪਿਕ ਜੋ ਇਸ ਦੇ ਵਿੱਚ ਸਟੱਡੀ ਕੀਤਾ ਜਾਂਦਾ ਉਹ ਹੈ ਥਿਊਰੀ ਆਫ ਪ੍ਰੋਡਕਸ਼ਨ। ਇੱਕ ਇੰਡੀਵਿਜੂਅਲ, ਇੱਕ ਸਮੋਲ ਫਰਮ ਦੀ ਜਿਹੜੀ ਸਟੱਡੀ ਹੈ ਉਹ ਕੀਤੀ ਜਾਂਦੀ ਹੈ ਮਾਈਕਰੋ ਇਕਨੋਮਿਕਸ ਦੇ ਵਿੱਚ। ਫਰਮ ਜਿਹੜੀ ਆ ਉਹ ਕਿਸ ਤਰ੍ਹਾਂ ਫੈਕਟਰਸ ਆਫ ਪ੍ਰੋਡਕਸ਼ਨ, ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ 4 ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ। ਕਿਸ ਤਰ੍ਹਾਂ ਇਹਨਾਂ 4 ਫੈਕਟਰਸ ਆਫ ਪ੍ਰੋਡਕਸ਼ਨ ਦਾ ਯੂਜ਼ ਕਰਕੇ ਕਿਸ ਤਰ੍ਹਾਂ ਜਿਹੜੀ ਪ੍ਰੋਡਕਸ਼ਨ ਆ ਉਹ ਕਰਦੀ ਹੈ, ਪ੍ਰੋਡਕਸ਼ਨ ਪ੍ਰੋਸੈਸ ਨੂੰ ਕਿਸ ਤਰ੍ਹਾਂ ਅੱਗੇ ਚਲਾਉਂਦੀ ਹੈ। ਅਤੇ ਨੈਕਸਟ ਟੌਪਿਕ ਜੋ ਇਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਉਹ ਹੈ ਫੈਕਟਰ ਪ੍ਰਾਈਸਿੰਗ। ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਕਿ ਫੈਕਟਰਸ ਆਫ ਪ੍ਰੋਡਕਸ਼ਨ 4 ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ ਹੈਗੇ ਨੇ। ਲੈਂਡ ਦਾ ਰਿਵਾਰਡ ਜੋ ਆਪਾਂ ਰੈਂਟ ਪੇ ਕਰਦੇ ਹਾਂ, ਦੈਨ ਕੈਪੀਟਲ ਦਾ ਇੰਟਰਸਟ ਪੇ ਕੀਤਾ ਜਾਂਦਾ, ਵੇਜਸ ਲੇਬਰ ਨੂੰ ਪੇ ਕੀਤੀਆਂ ਜਾਂਦੀਆਂ, ਐਂਡ ਪ੍ਰੋਫਿਟ ਹੈ ਜਿਹੜੀ ਉਹ ਐਂਟਰਪ੍ਰੇਨਿਓਰ ਦਾ ਜਿਹੜਾ ਰਿਵਾਰਡ ਆ ਉਹ ਹੁੰਦਾ ਹੈ। ਅਤੇ ਇਹ ਕਿਸ ਤਰ੍ਹਾਂ ਪੇ ਕੀਤਾ ਜਾਂਦਾ, ਕਿਸ ਤਰ੍ਹਾਂ ਇਹ ਸਾਰਾ ਡਿਸਟਰੀਬਿਊਟ ਕੀਤਾ ਜਾਂਦਾ, ਕਿਸ ਤਰ੍ਹਾਂ ਜਿਹੜੀ ਇਨਕਮ, ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀਆਂ ਜਾਂਦੀਆਂ ਉਹਨਾਂ ਤੋਂ ਜਿਹੜੀ ਇਨਕਮ ਅਰਨ ਹੁੰਦੀ ਹੈ ਉਹ ਕਿਸ ਤਰ੍ਹਾਂ ਫੈਕਟਰਸ ਆਫ ਪ੍ਰੋਡਕਸ਼ਨ ਦੇ ਵਿੱਚ ਵੰਡੀ ਜਾਏਗੀ, ਕਿਸ ਤਰ੍ਹਾਂ ਡਿਸਟਰੀਬਿਊਟ ਕੀਤੀ ਜਾਏਗੀ, ਉਸ ਚੀਜ਼ ਦੀ ਸਟੱਡੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪਟੀਮਮ ਐਲੋਕੇਸ਼ਨ ਆਫ ਰਿਸੋਰਸਿਸ। ਮਾਈਕਰੋ ਇਕਨੋਮਿਕਸ ਆਲਸੋ ਡੀਲਸ ਵਿਦ ਦਾ ਆਪਟੀਮਮ ਐਲੋਕੇਸ਼ਨ ਆਫ ਰਿਸੋਰਸਿਸ। ਜਿੰਨੇ ਵੀ ਰਿਸੋਰਸਿਸ ਆ ਉਹ ਕਿਸ ਤਰ੍ਹਾਂ ਆਪਟੀਮਮ ਤਰੀਕੇ ਦੇ ਨਾਲ ਐਲੋਕੇਟ ਕੀਤੇ ਜਾਂਦੇ ਆ। ਇਟ ਸਟੱਡੀਜ਼ ਦੀ ਕੰਡੀਸ਼ਨਸ ਨੈਸੈਸਰੀ ਫॉर ਅਚੀਵਿੰਗ ਇਕਲੀਬਰੀਅਮ ਨੂੰ ਅਚੀਵ ਕਰਨ ਦੇ ਲਈ ਕਿਹੜੀਆਂ ਕੰਡੀਸ਼ਨਸ ਜਿਹੜੀਆਂ ਜ਼ਰੂਰੀ ਆ, ਜਿਹੜੀਆਂ ਫੁੱਲਫਿਲ ਹੋਣੀਆਂ ਚਾਹੀਦੀਆਂ, ਇਹਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਜਾਂਦੀ ਆ। ਅਤੇ ਇਸ ਤੋਂ ਇਲਾਵਾ ਵੈਲਫੇਅਰ ਇਕਨੋਮਿਕਸ ਸਪੈਲਸ ਆਊਟ ਐਨ ਆਈਡੀਅਲ ਇਕੋਨਮੀ। ਕਿਉਂਕਿ ਅੱਜ ਜਿਹੜੀ ਇਕੋਨਮੀ ਆ ਹਰੇਕ ਵੈਲਫੇਅਰ ਸਟੇਟ ਹੈ, ਅਤੇ ਵੈਲਫੇਅਰ ਲੋਕਾਂ ਦਾ, ਆਮ ਲੋਕਾਂ ਦਾ ਜਿਹੜਾ ਵੈਲਫੇਅਰ ਆ ਉਹਦੇ ਨਾਲ ਹਰੇਕ ਗੌਰਮੈਂਟ ਵੀ ਡੀਲ ਕਰਦੀ ਆ। ਅਤੇ ਮਾਈਕਰੋ ਇਕਨੋਮਿਕਸ ਦੇ ਵਿੱਚ ਵੀ ਅਸੀਂ ਵੈਲਫੇਅਰ ਇਕਨੋਮਿਕਸ ਮੀਨਸ ਇਹਦੇ ਵਿੱਚ ਆਪਾਂ
ਲੋਕਾਂ ਦੇ ਵੈਲਫੇਅਰ ਦੀ ਗੱਲ ਕਰਦੇ ਹਾਂ, ਉਹਦੀ ਸਟੱਡੀ ਕਰਦੇ ਹਾਂ। ਇਟ ਡੀਲਸ ਵਿਦ ਦ ਵੈਲਫੇਅਰ ਆਫ ਦੀ ਪੀਪਲ। ਨੈਕਸਟ ਟੋਪਿਕ ਜਿਹੜਾ ਹੈ ਉਹ ਹੈ ਇੰਪੋਰਟੈਂਸ ਆਫ ਮਾਈਕਰੋ ਇਕਨੋਮਿਕਸ। ਸਟੱਡੀ ਕਰਦੇ ਪਏ ਆਪਾਂ ਇਕੋਨਮੀ ਨੂੰ ਪਾਰਟਸ ਦੇ ਵਿੱਚ ਕਰਕੇ, ਸਟੱਡੀ ਕਰਦੇ ਪਏ ਹਾਂ ਆਪਾਂ ਇੰਡੀਵਿਜੂਅਲਸ ਦੀ। ਅਤੇ ਸਭ ਤੋਂ ਪਹਿਲਾਂ ਤਾਂ ਇਹਦੀ ਇੰਪੋਰਟੈਂਸ ਕੀ ਆ, ਆਪਰੇਸ਼ਨ ਆਫ ਐਨ ਇਕੋਨਮੀ। ਇੱਕ ਸਿੰਗਲ ਇੰਡੀਵਿਜੂਅਲ ਯੂਨਿਟਸ ਦੀ ਗੱਲ ਕਰਕੇ ਇੱਕ ਫਰਮ ਕਿਸ ਤਰ੍ਹਾਂ ਪ੍ਰੋਡਿਊਸ ਕਰਦੀ ਪਈ ਆ, ਇੱਕ ਇੰਡੀਵਿਜੂਅਲ ਕਿਸ ਤਰ੍ਹਾਂ ਡਿਮਾਂਡ ਕਰਦਾ ਪਿਆ, ਇਹ ਜਿਹੜੇ ਰਿਸੋਰਸਿਸ ਆ ਉਹ ਕਿਸ ਤਰ੍ਹਾਂ ਐਲੋਕੇਟ ਹੁੰਦੇ ਪਏ ਆ, ਫੈਕਟਰਸ ਆਫ ਪ੍ਰੋਡਕਸ਼ਨ ਆ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਇਨਕਮ ਅਰਨ ਹੋਈ ਆ ਕਿਸ ਤਰ੍ਹਾਂ ਉਹਨਾਂ 'ਚ ਡਿਸਟਰੀਬਿਊਟ ਕੀਤੀ ਜਾ ਰਹੀ ਆ। ਜਦੋਂ ਇਹ ਸਾਰਿਆਂ ਦੀ ਅਸੀਂ ਪਾਰਟਸ ਦੇ ਵਿੱਚ ਸਟੱਡੀ ਕਰਾਂਗੇ ਤਾਂ ਇਸ ਤੋਂ ਆਪਾਂ ਨੂੰ ਇਹ ਪਤਾ ਚੱਲ ਜਾਏਗਾ ਕਿ ਇਕੋਨਮੀ ਆਪਰੇਟ ਕਿਸ ਤਰ੍ਹਾਂ ਹੁੰਦੀ ਪਈ ਆ, ਆਪਰੇਸ਼ਨਸ ਜਿਹੜੇ ਇਕੋਨਮੀ ਦੇ ਵਿੱਚ ਆ ਉਹ ਕਿਸ ਤਰ੍ਹਾਂ ਚੱਲ ਰਹੇ ਆ। ਉਸ ਤੋਂ ਬਾਅਦ ਐਫੀਸ਼ੀਐਂਟ ਯੂਜ਼ ਆਫ ਸਕੇਅਰ ਰਿਸੋਰਸਿਸ। ਫਿਰ ਉਹੀ ਜਦੋਂ ਆਪਾਂ ਸਾਰੀ ਡਿਟੇਲ 'ਚ ਡਿਸਕਸ ਕਰਾਂਗੇ, ਇੰਡੀਵਿਜੂਅਲਸ ਨੂੰ ਡਿਸਕਸ ਕਰਾਂਗੇ ਜਾਂ ਪਾਰਟਸ ਦੇ ਵਿੱਚ ਡਿਸਕਸ਼ਨ ਕਰਾਂਗੇ ਤਾਂ ਆਪਾਂ ਨੂੰ ਸਕੇਅਰ ਰਿਸੋਰਸਿਸ ਦਾ ਐਫੀਸ਼ੀਐਂਟ ਯੂਜ਼ ਜਿਹੜਾ ਕੀ ਇੱਦਾਂ ਹੋਏਗਾ ਉਹ ਪਤਾ ਚੱਲਦਾ। ਦੈਨ ਇਕਨੋਮਿਕ ਪਾਲਿਸੀ ਗੌਰਮੈਂਟ ਜਦੋਂ ਬਣਾਉਂਦੀ ਹੈ ਅਤੇ ਬਿਨਾਂ ਸ਼ੱਕ ਇਸ ਤਰ੍ਹਾਂ ਜਿਹੜੀ ਪਾਰਟਸ ਦੇ ਵਿੱਚ ਸਟੱਡੀ ਕੀਤੀ ਜਾਂਦੀ ਆ, ਉਹਨਾਂ ਸਟੱਡੀਜ਼ ਦੇ ਬੇਸ ਦੇ ਉੱਪਰ ਕਿ ਟੈਕਸ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਲਗਾਇਆ ਜਾਏ, ਕਿ ਟੈਕਸ ਦਾ ਬਰਡਨ ਕਿੰਨਾ ਕੁ ਲੋਕ ਸਹਿ ਸਕਦੇ ਹੈਗੇ ਆ, ਜਾਂ ਪ੍ਰੋਡਕਟ ਦਾ ਪ੍ਰਾਈਸ ਜਿਹੜਾ ਉਹ ਕਿੰਨਾ ਫਿਕਸ ਕੀਤਾ ਜਾਏ, ਕਿੰਨਾ ਕੁ ਲੋਕ ਦੇ ਸਕਦੇ ਆ, ਜਾਂ ਕਿੰਨਾ ਕੁ ਜਿਹੜਾ ਬਰਡਨ ਆ ਉਹ ਵੀ ਲੋਕ ਉਹਦਾ ਜਿਹੜਾ ਬੀਅਰ ਕਰ ਸਕਦੇ ਹੈਗੇ ਆ। ਅਤੇ ਇਕਨੋਮਿਕ ਪਾਲਿਸੀ ਜਦੋਂ ਵੀ ਬਣਦੀ ਆ ਉਹਦੇ ਵਿੱਚ ਵੀ ਮਾਈਕਰੋ ਇਕਨੋਮਿਕਸ ਰੋਲ ਪਲੇ ਕਰਦੀ ਆ। ਪ੍ਰੈਡਿਕਸ਼ਨਸ, ਮਾਈਕਰੋ ਇਕਨੋਮਿਕ ਥਿਊਰੀਜ਼ ਜਿਹੜੀਆਂ ਹੁੰਦੀਆਂ ਆ, ਮਾਈਕਰੋ ਇਕਨੋਮਿਕ ਥਿਊਰੀਜ਼ ਦੇ ਬੇਸ ਦੇ ਉੱਤੇ ਪ੍ਰੈਡਿਕਸ਼ਨਸ ਜਿਹੜੀਆਂ ਆ ਉਹ ਜਿਹੜੀਆਂ ਲਗਾਈਆਂ ਜਾਂਦੀਆਂ, ਕੀਤੀਆਂ ਜਾਂਦੀਆਂ ਕਿ ਇਫ ਡਿਮਾਂਡ ਇਨਕਰੀਜ਼ਸ ਪ੍ਰਾਈਸ ਆਲਸੋ ਲਾਈਕਲੀ ਟੂ ਰਾਈਜ਼। ਅਤੇ ਇਹ ਇੱਕ ਐਗਜ਼ਾਮਪਲ ਆ। ਇਸ ਲਈ ਇਹ ਪ੍ਰੈਡਿਕਸ਼ਨ ਆ, ਪ੍ਰੈਡਿਕਸ਼ਨਸ ਜਿਹੜੀਆਂ ਹਮੇਸ਼ਾ ਔਨ ਸਰਟਨ ਕੰਡੀਸ਼ਨਸ, ਕੁਛ ਇੱਕ ਕੰਡੀਸ਼ਨਸ ਦੇ ਬੇਸ ਦੇ ਉੱਤੇ ਪ੍ਰੈਡਿਕਸ਼ਨਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਉਸ ਤੋਂ ਬਾਅਦ ਨੈਕਸਟ ਜਿਹੜੀ ਇੰਪੋਰਟੈਂਸ ਇਨ ਅਪਲਾਈਡ ਇਕਨੋਮਿਕਸ, ਮਾਈਕਰੋ ਇਕਨੋਮਿਕਸ ਅਪਲਾਈਡ ਇਕਨੋਮਿਕਸ ਜਿਸ ਤਰ੍ਹਾਂ ਪਬਲਿਕ ਫਾਈਨਾਂਸ ਹੋਇਆ ਜਿਹਦੇ ਵਿੱਚ ਗੌਰਮੈਂਟ ਦਾ ਐਕਸਪੈਂਡੀਚਰ, ਗੌਰਮੈਂਟ ਦੀ ਇਨਕਮ, ਮਤਲਬ ਰੈਵਨਿਊ ਐਂਡ ਐਕਸਪੈਂਡੀਚਰ ਆਫ ਗੌਰਮੈਂਟ ਜਿਹੜਾ ਆ ਉਹਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਜਾਂਦਾ। ਗੌਰਮੈਂਟ ਕਿੱਥੋਂ ਡੈਟ ਲਏਗੀ, ਗੌਰਮੈਂਟ ਕਿਸ ਤਰ੍ਹਾਂ ਐਕਸਪੈਂਡੀਚਰ ਕਰੇਗੀ, ਕਿੱਥੇ ਖਰਚ ਕਰੇਗੀ, ਸਾਰੀ ਡਿਟੇਲ ਦੇ ਵਿੱਚ ਟੈਕਸੇਸ਼ਨ ਸਿਸਟਮ ਜਿਹੜਾ ਪੂਰੇ ਡਿਟੇਲ ਦੇ ਵਿੱਚ ਸਟੱਡੀ ਕੀਤਾ ਜਾਂਦਾ। ਉੱਥੇ ਵੀ ਮਾਈਕਰੋ ਇਕਨੋਮਿਕਸ ਜਿਹੜੀ ਆ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਵੀ ਮਾਈਕਰੋ ਇਕਨੋਮਿਕਸ ਜਿਹੜੀ ਹੈ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਨੈਕਸਟ ਟੋਪਿਕ ਹੈ ਜਿਹੜਾ ਕਿ ਮਾਈਕਰੋ ਇਕਨੋਮਿਕਸ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਬਿਨਾਂ ਸ਼ੱਕ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਹਰੇਕ ਇਕੋਨਮੀ ਦੇ ਹਰੇਕ ਪਾਰਟ ਦੀ ਸਟੱਡੀ ਕਰ ਲੈਂਦੇ ਹਾਂ, ਪਰ ਫਿਰ ਵੀ ਇਸ ਦੀਆਂ ਕੁਛ ਇੱਕ ਲਿਮੀਟੇਸ਼ਨਸ ਆ। ਸਭ ਤੋਂ ਪਹਿਲੀ ਲਿਮੀਟੇਸ਼ਨ ਜਿਹੜੀ ਹੈ ਉਹ ਹੈ ਅਨਰੀਅਲਿਸਟਿਕ ਅਜੰਪਸ਼ਨਸ। ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਕਿ ਜਿੰਨੀਆਂ ਵੀ ਪ੍ਰੈਡਿਕਸ਼ਨਸ ਹੁੰਦੀਆਂ ਉਹ ਸਾਰੀਆਂ ਪ੍ਰੈਡਿਕਸ਼ਨਸ ਔਨ ਸਰਟਨ ਕੰਡੀਸ਼ਨਸ ਹੁੰਦੀਆਂ, ਅਜੰਪਸ਼ਨਸ ਦੇ ਬੇਸ ਦੇ ਉੱਤੇ ਜਿਹੜੀਆਂ ਪ੍ਰੈਡਿਕਸ਼ਨਸ ਕੀਤੀਆਂ ਜਾਂਦੀਆਂ। ਇਸ ਲਈ ਜੇ ਉਹ ਅਜੰਪਸ਼ਨਸ ਫੁਲਫਿਲ ਨਹੀਂ ਹੋਈਆਂ ਦੈਨ ਉਹ ਜੋ ਪ੍ਰੈਡਿਕਸ਼ਨ ਤੁਸੀਂ ਕੀਤੀ ਹੈ ਉਹ ਠੀਕ ਨਹੀਂ ਹੋਏਗੀ। ਨੈਕਸਟ ਸਟੈਟਿਕ, ਜਿਹੜੀ ਇਕਨੋਮਿਕ ਮਾਈਕਰੋ ਇਕਨੋਮਿਕਸ ਦੀ ਸਟੱਡੀ ਉਹ ਸਟੈਟਿਕ ਆ। ਇਨ ਇਟ ਮੈਨੀ ਇਕਨੋਮਿਕ ਵੇਰੀਏਬਲਸ ਆਰ ਅਜ਼ਿਊਮ ਟੂ ਬੀ ਕੌਂਸਟੈਂਟ। ਅਤੇ ਜੇ ਉਹ ਇਕਨੋਮਿਕ ਵੇਰੀਏਬਲਸ ਕੌਂਸਟੈਂਟ ਨਹੀਂ ਰਹਿਣਗੇ ਦੈਨ ਬਿਨਾਂ ਸ਼ੱਕ ਪ੍ਰੋਬਲਮ ਆਏਗੀ, ਜੋ ਆਪਾਂ ਰਿਜ਼ਲਟ ਦਿੰਦੇ ਪਏ ਹਾਂ ਉਹ ਰਿਜ਼ਲਟ ਉਹ ਨਹੀਂ ਹੋਏਗਾ। ਉਸ ਤੋਂ ਬਾਅਦ ਲਿਮਿਟਡ ਸਕੋਪ, there are certain economic problems which cannot be analyzed through microeconomics। ਕੁਛ ਕੁ ਪ੍ਰੋਬਲਮਸ ਆ ਜਿਹੜੀਆਂ ਮੈਕਰੋ ਲੈਵਲ ਦੇ ਉੱਤੇ ਡਿਸਕਸ ਹੋ ਸਕਦੀਆਂ, ਉਹਨਾਂ ਨੂੰ ਤੁਸੀਂ ਪਾਰਟਸ ਦੇ ਵਿੱਚ ਕਰਕੇ ਸਟੱਡੀ ਨਹੀਂ ਕਰ ਸਕਦੇ। ਲਾਈਕ ਪਬਲਿਕ ਫਾਈਨਾਂਸ, ਲਾਈਕ ਮੋਨੇਟਰੀ ਪਾਲਿਸੀ, ਲਾਈਕ ਫਿਸਕਲ ਪਾਲਿਸੀਜ਼। ਇਹ ਜਿਹੜੀਆਂ ਪਾਲਿਸੀਜ਼ ਆ ਇਹਨਾਂ ਨੂੰ ਤੁਸੀਂ ਪਾਰਟਸ ਦੇ ਵਿੱਚ ਕਰਕੇ ਸਟੱਡੀ ਨਹੀਂ ਕਰ ਸਕਦੇ, ਇਹਨਾਂ ਨੂੰ ਤੁਹਾਨੂੰ ਐਗਰੀਗੇਟ 'ਚ ਟੋਟਲ 'ਚ ਕੰਪਲੀਟ ਸਟੱਡੀ ਕਰਨੀ ਪਏਗੀ। ਉੱਥੇ ਮੈਕਰੋ ਇਕਨੋਮਿਕ ਜਿਹੜੀ ਆ ਉਹ ਮੈਕਰੋ ਇਕਨੋਮਿਕਸ ਦੇ ਥਰੂ ਉਹਨਾਂ ਦੀ ਸਟੱਡੀ ਜਿਹੜੀ ਆ ਉਹ ਪੋਸੀਬਲ ਹੈ। ਉਸ ਤੋਂ ਬਾਅਦ ਐਗਰੀਗੇਟਸ ਨੂੰ ਨਿਗਲੈਕਟ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਗੱਲ ਕਿਹਦੀ ਕੀਤੀ ਜਾਂਦੀ, ਇੰਡੀਵਿਜੂਅਲ ਦੀ, ਪਾਰਟ ਦੀ। ਇਸ ਲਈ ਟੋਟਲ ਜਿਹੜਾ ਐਗਰੀਗੇਟ ਕੰਸੈਪਟ ਆ, ਐਗਰੀਗੇਟ ਵਰਡ ਉਹ ਜਿਹੜਾ ਕੰਸੈਪਟ ਆ ਉਹ ਮਾਈਕਰੋ ਇਕਨੋਮਿਕਸ ਦੇ ਵਿੱਚ ਟੋਟਲੀ ਇਗਨੋਰ ਕੀਤਾ ਜਾਂਦਾ, ਨਿਗਲੈਕਟ ਕੀਤਾ ਜਾਂਦਾ। ਉਸ ਤੋਂ ਬਾਅਦ ਨੈਕਸਟ ਰੋਂਗ ਅਜੰਪਸ਼ਨ ਆਫ ਲੈਜ਼ੇ ਫੇਅਰ ਪਾਲਿਸੀ। ਆਪਾਂ ਸਟਾਰਟਿੰਗ 'ਚ ਵੀ ਟੋਪਿਕ ਕੀਤਾ ਸੀਗਾ, ਉੱਥੇ ਆਪਾਂ ਮੰਨਿਆ ਸੀ ਕਿ ਲੈਜ਼ੇ ਫੇਅਰ ਪਾਲਿਸੀ ਹੈ। ਲੈਜ਼ੇ ਫੇਅਰ ਪਾਲਿਸੀ ਮੀਨਸ ਨੋ ਗੌਰਮੈਂਟ ਇੰਟਰਫੇਰੈਂਸ, ਕਿ ਗੌਰਮੈਂਟ ਦੀ ਕਿਸੇ ਤਰ੍ਹਾਂ ਦੀ ਕੋਈ ਇੰਟਰਫੇਰੈਂਸ ਨਹੀਂ ਚਾਹੀਦੀ। ਵੈਸੇ ਵੀ ਅਸੀਂ ਸਿੰਗਲ ਇੰਡੀਵਿਜੂਅਲ ਯੂਨਿਟ ਦੀ ਜਦੋਂ ਗੱਲ ਕਰਦੇ ਹਾਂ ਉਦੋਂ ਤਾਂ ਗੌਰਮੈਂਟ ਦੀ ਇੰਟਰਫੇਰੈਂਸ ਦੀ ਗੱਲ ਉੱਥੇ ਕਰਦੇ ਹੀ ਨਹੀਂ ਹੈ। ਪਰ 1930s ਦੇ ਵਿੱਚ ਡਿਪਰੈਸ਼ਨ ਜਿਹੜੀ ਆਈ ਹੈ ਉੱਥੋਂ ਲੈਜ਼ੇ ਫੇਅਰ ਪਾਲਿਸੀ ਹੈਜ਼ ਬਿਕਮ ਆਊਟਮੋਡਡ। ਨਾਊਅਡੇਜ਼ ਇਕੋਨਮੀ ਇੰਪੋਜ਼ਸ ਸਰਟਨ ਰਿਸਟ੍ਰਿਕਸ਼ਨਸ ਔਨ ਦਾ ਇੰਟਰਨੈਸ਼ਨਲ ਟ੍ਰੇਡ। ਮੀਨਸ ਹੁਣ ਜਿਹੜਾ ਗੌਰਮੈਂਟ ਦੀ ਇੰਟਰਫੇਰੈਂਸ ਆ ਅੱਜ ਦੇ ਟਾਈਮ ਦੇ ਵਿੱਚ ਉਹ ਇੰਪੋਰਟੈਂਟ ਹੈ। ਅੱਜ ਦੇ ਟਾਈਮ ਦੇ ਵਿੱਚ ਲੈਜ਼ੇ ਫੇਅਰ ਪਾਲਿਸੀ ਜਿਹੜੀ ਹੈ
ਉਹਦੀ ਜੇ ਆਪਾਂ ਜੰਪਸ਼ਨ ਲੈ ਕੇ ਚੱਲਦੇ ਪਏ ਹਾਂ, ਅਜ਼ਿਊਮ ਕਰਦੇ ਪਏ ਹਾਂ ਕਿ ਇਕੋਨਮੀ ਲੈਜ਼ੇ ਫੇਅਰ ਇਕੋਨਮੀ ਹੈਗੀ ਆ, ਕੋਈ ਗੌਰਮੈਂਟ ਦੀ ਇੰਟਰਫੇਰੈਂਸ ਨਹੀਂ ਆ, ਉਹ ਅੱਜ ਦੇ ਟਾਈਮ 'ਚ ਪੋਸੀਬਲ ਨਹੀਂ ਹੈ। 1930s ਦੀ ਡਿਪਰੈਸ਼ਨ, ਜਿਹਨੂੰ ਗ੍ਰੇਟ ਡਿਪਰੈਸ਼ਨ ਕਿਹਾ ਸੀ ਕੇਨਜ਼ ਨੇ, ਉਸ ਡਿਪਰੈਸ਼ਨ ਤੋਂ ਬਾਅਦ ਜਿਹੜੀ ਗੌਰਮੈਂਟ ਦੀ ਇੰਟਰਫੇਰੈਂਸ ਆ ਉਹ ਕੰਪਲਸਰੀ ਹੋ ਗਈ ਹੈ। ਇਹ ਸੀ ਲਿਮਿਟੇਸ਼ਨਸ ਮਾਈਕਰੋ ਇਕਨੋਮਿਕਸ ਦੀਆਂ। ਇਹਦੇ ਨਾਲ ਸਾਡਾ ਜਿਹੜਾ ਚੈਪਟਰ ਆ ਇਕਨੋਮਿਕਸ ਐਂਡ ਮਾਈਕਰੋ ਇਕਨੋਮਿਕਸ ਚੈਪਟਰ ਕੰਪਲੀਟ ਹੁੰਦਾ। ਨੈਕਸਟ ਆਪਾਂ ਜਿਹੜਾ ਅਗਲੇ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।